Thank you, Jesus. ਯਸ਼ੂ ਅਤੇ ਉਸਦੇ ਚੇਲੇ ਝੀਲ ਦੇ ਦੂਜੇ ਪਾਰ ਗਏ ਅਤੇ ਗਰੇਸੇਨੀਆਂ ਦੇ ਦੇਸ਼ ਨੂੰ ਆਏ। ਜਦੋਂ ਯਸ਼ੂ ਬੇੜੀ ਵਿੱਚੋਂ ਬਾਹਰ ਆਇਆ ਤਾਂ ਕਬਰਾਂ ਵੱਲੋਂ ਇੱਕ ਮਨੁੱਖ ਜਿਸ ਨੂੰ ਭ੍ਰਿਸ਼ਟ ਆਤਮਾ ਚੁੰਬੜਿਆ ਹੋਇਆ ਸੀ ਉਸ ਕੋਲ ਆਇਆ। ਇਹ ਮਨੁੱਖ ਕਬਰਾਂ ਵਿਚਕਾਰ ਰਹਿੰਦਾ ਸੀ। ਕੋਈ ਉਸਨੂੰ ਜੰਜੀਰਾਂ ਨਾਲ ਵੀ ਬੰਨ ਸਕਦਾ ਸੀ। ਕਈ ਵਾਰ ਉਸਦੇ ਹੱਥ ਅਤੇ ਪੈਰ ਸੰਗਲਾਂ ਨਾਲ ਜਕੜ ਗਏ ਸਨ, ਪਰ ਉਹ ਉਹਨਾਂ ਨੂੰ ਤੋੜ ਦਿੱਤਾ। ਕੋਈ ਵੀ ਆਦਮੀ ਇੰਨਾ ਤਾਕਤਵਰ ਨਹੀਂ ਸੀ ਕਿ ਉਸਨੂੰ ਕਾਬੂ ਕਰ ਸਕਦਾ। ਦਿਨ ਰਾਤ ਇਹ ਆਦਮੀ ਕਬਰਾਂ ਵਿਚਕਾਰ ਅਤੇ ਪਹਾੜੀਆਂ ਤੇ ਰਹਿੰਦਾ ਸੀ ਅਤੇ ਚੀਕਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਰਹਿੰਦਾ ਸੀਗਾ। ਜਦੋਂ ਉਹ ਯਸ਼ੂ ਕੋਲ ਆਏ, ਉਹਨਾਂ ਨੇ ਉਸ ਆਦਮੀ ਨੂੰ ਵੇਖਿਆ ਜੋ ਭ੍ਰਿਸ਼ਟ ਆਤਮਾ ਦੇ ਕਬਜ਼ੇ ਵਿੱਚ ਸੀ। ਉਹ ਆਦਮੀ ਉੱਥੇ ਕੱਪੜੇ ਪਾਈ ਬੈਠਾ ਸੀ ਅਤੇ ਉਸਦੀ ਸੂਰਤ ਵੀ ਹੁਣ ਟਿਕਾਣੇ ਸੀ। ਇਹ ਵੇਖ ਲੋਕੀ ਡਰ ਗਏ। ਆਮੀਨ ਆਮੀਨ ਆਮੀਨ। 16 ਵੀ ਪੜ੍ਹੋ ਪਲੀਜ਼। 16 ਕੁਝ ਲੋਕ ਉੱਥੇ ਸਨ ਅਤੇ ਉਹਨਾਂ ਨੇ ਇਹ ਸਭ ਜੋ ਯਸ਼ੂ ਨੇ ਕੀਤਾ ਸੀ ਵੇਖਿਆ। ਉਹਨਾਂ ਨੇ ਜੋ ਕੁਝ ਵੀ ਉਸ ਭੂਤਾਂ ਦੇ ਕਬਜ਼ੇ ਹੇਠਾਂ ਆਦਮੀ ਨਾਲ ਵਾਪਰਿਆ ਆਣ ਸੁਣਾਇਆ ਅਤੇ ਉਹਨਾਂ ਨੇ ਲੋਕਾਂ ਨੂੰ ਸੂਰਾਂ ਬਾਰੇ ਵੀ ਦੱਸਿਆ। Amen, amen. So in this story, there is no other such a powerful story, in my opinion, in the whole of the Bible. ਹੁਣ ਇਸ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਹੋਰ ਕੋਈ ਕਹਾਣੀ ਬਾਈਬਲ ਦੇ ਵਿੱਚ ਮੌਜੂਦ ਨਹੀਂ ਹੈ ਜੋ ਇੰਨੀ ਜ਼ਿਆਦਾ ਸਟਰੋਂਗ ਹੋਵੇ ਜਾਂ ਇੰਨੀ ਜ਼ਿਆਦਾ ਪਾਵਰਫੁਲ ਹੋਵੇ। Because we have a person here, a man who is in such a bad state, बुरी हालत। ਅਸੀਂ ਦੇਖਦੇ ਹਾਂ ਕਿ ਇਸ ਕਹਾਣੀ ਦੇ ਵਿੱਚ ਇੱਕ ਵਿਅਕਤੀ ਹੈ ਜੋ ਇੰਨੀ ਜ਼ਿਆਦਾ ਗੰਦੀ ਹਾਲਾਤ ਦੇ ਵਿੱਚ ਹੈ। And it is an absolutely impossible situation. ਇੱਕ ਨਾਮੁਮਕਿਨ ਸਥਿਤੀ ਸੀਗੀ ਉਸ ਟਾਈਮ ਦੇ ਦੌਰਾਨ। We will look at some of the parts of this person, not parts, parts of the story, I mean. ਅਸੀਂ ਦੇਖਾਂਗੇ ਕੁਝ ਹਿੱਸੇ ਇਸ ਕਹਾਣੀ ਦੇ। First of all, we see here that he was shackled. His feet were shackled. ਸਭ ਤੋਂ ਪਹਿਲੇ ਅਸੀਂ ਦੇਖਾਂਗੇ ਕਿ ਉਸਦੇ ਪੈਰ। Sir, can you tell me the meaning of shackle? You know, when people are in prison, they put shackles around their feet. They can't move. Shackles. ਜਿੱਦਾਂ ਅਸੀਂ ਦੇਖ ਸਕਦੇ ਹਾਂ ਕਿ ਉਹਦੇ ਪੈਰਾਂ ਦੇ ਵਿੱਚ ਚੇਨਾਂ ਪਾਈਆਂ ਹੋਈਆਂ ਸੀਗੀਆਂ। And then we see that his hands were also cuffed. He was handcuffed. ਤੇ ਅਸੀਂ ਉਹਦੇ ਪੈਰਾਂ ਦੇ ਵਿੱਚ ਉਹਦੇ ਹੱਥਾਂ ਦੇ ਵਿੱਚ ਵੀ ਹੱਥਕੜੀਆਂ ਪਾਈਆਂ ਹੋਈਆਂ ਸੀਗੀਆਂ। And then it says as well that no one had the strength enough to restrain him because he was so strong. Nobody could control him. He was violent. He was dangerous. ਤੇ ਅਸੀਂ ਦੇਖਦੇ ਹਾਂ ਕਿ ਉਹ ਇੰਨਾ ਜ਼ਿਆਦਾ ਸ਼ਕਤੀਮਾਨ ਸੀਗਾ ਕਿ ਕੋਈ ਵੀ ਉਸਨੂੰ ਕਾਬੂ ਵਿੱਚ ਨਹੀਂ ਕਰ ਸਕਦਾ ਸੀ। ਜੋ ਕੁਝ ਵੀ ਕੋਈ ਵੀ ਉਸਨੂੰ ਆਪਣੇ ਅਧਿਕਾਰ ਦੇ ਹੇਠ ਨਹੀਂ ਲਿਆ ਸਕਦਾ ਸੀਗਾ। ਉਹ ਇੰਨਾ ਜ਼ਿਆਦਾ ਸ਼ਕਤੀਮਾਨ ਹੋ ਗਿਆ ਸੀ। And sometimes he would drag the chains and he would try to sort of break them, and it was difficult to control this man. ਕਈ ਵਾਰੀ ਅਜਿਹਾ ਵੀ ਹੁੰਦਾ ਸੀਗਾ ਕਿ ਇੰਨਾ ਸ਼ਕਤੀਮਾਨ ਸੀ ਵਿਅਕਤੀ ਕਿ ਉਹ ਚੇਨਾਂ ਨੂੰ ਤੋੜ ਦਿੰਦਾ ਸੀਗਾ ਤੇ ਉਹਨਾਂ ਜਿੱਥੇ ਬੰਨੀਆਂ ਹੁੰਦੇ ਸੀ ਉੱਥੋਂ ਕੱਢ ਵੀ ਲੈਂਦਾ ਸੀਗਾ। Now we know that this power was not of him, but this was the demonic power working through him that made him like this. ਤੇ ਅਸੀਂ ਜਾਣਦੇ ਹਾਂ ਕਿ ਇਹ ਜੋ ਸ਼ਕਤੀ ਸੀਗੀ ਉਹ ਉਸ ਦੀ ਖੁਦ ਦੀ ਸ਼ਕਤੀ ਨਹੀਂ ਸੀ। ਉਹ ਜੋ ਉਸਦੇ ਵਿੱਚ ਦੁਸ਼ਟ ਆਤਮਾ ਵਸੀਆਂ ਹੋਈਆਂ ਸਨ ਉਹਨਾਂ ਦੀ ਸ਼ਕਤੀ ਦੇ ਨਾਲ ਉਹ ਇਹ ਕੰਮ ਕਰਦਾ ਸੀ। The demons manifest in many ways. ਅਸੀਂ ਦੇਖਦੇ ਹਾਂ ਕਿ ਜੋ ਦੁਸ਼ਟ ਆਤਮਾ ਨੇ ਉਹ ਵੱਖ-ਵੱਖ ਤਰੀਕੇ ਦੇ ਨਾਲ ਕੰਮ ਕਰਦੀਆਂ ਨੇ, ਜ਼ਾਹਿਰ ਹੁੰਦੀਆਂ ਨੇ। One of the ways they manifest is they show their power through the human body. ਤੇ ਇੱਕ ਤਰੀਕਾ ਇਹ ਵੀ ਹੈ ਕਿ ਆਪਣੇ ਜੋ ਸ਼ਕਤੀਆਂ ਨੇ ਉਹ ਇਨਸਾਨ ਦੇ ਸਰੀਰ ਦੇ ਦੁਆਰਾ ਵੀ ਦਿਖਾਉਂਦੀਆਂ ਨੇ। That's why I believe high level of karate, when they break the bricks like 7-8 bricks, it's not the power of the human beings, but it is the power of the demons that makes them break 7-8 bricks in one go. Hello. ਜਿੱਦਾਂ ਅਸੀਂ ਦੇਖ ਸਕਦੇ ਹਾਂ ਇੱਕ ਉਦਾਹਰਨ ਦੇ ਵਜੋਂ। Yes sir. Hello. लोगों को म्यूट करना पड़ेगा। जो लोग बेअंत को आप म्यूट कर सकती है थोड़ा सा प्लीज। हाँ, आपके तरफ से आवाज आ रहा है।
So what I was saying is, when we see in karate, when they break 7-8 bricks in one go, it is not the power of the person, of the human being, but it is a demonic power working through them. Are you there? Are you there, Jennifer? Jennifer, are you there? Jennifer, we lost you. Praise the Lord. Sorry, sir, my internet connection was lost. That's fine. What I was saying is that when people do some strange things, especially in karate, they break Hello, can you hear me now? 7-8 bricks. It's not the power of the human being, it is the power of the demons working through these people. ਜਿੱਦਾਂ ਕਿ ਅਸੀਂ ਇੱਕ ਉਦਾਹਰਨ ਲੈ ਸਕਦੇ ਹਾਂ ਕਿ ਜਿੱਦਾਂ ਕਰਾਟੇ ਵਿੱਚ ਹੁੰਦਾ ਆ ਕਿ ਉਹ ਇਨਸਾਨ ਦੀ ਸ਼ਕਤੀ ਨਹੀਂ ਹੁੰਦੀ ਕਿ ਉਹ 7-8 ਇਕੱਠੀਆਂ ਇੱਟਾਂ ਨੂੰ ਤੋੜ ਲੈਂਦੇ ਨੇ, ਬਲਕਿ ਉਹ ਇੱਕ ਸ਼ੈਤਾਨ ਦੇ ਵਿੱਚ ਜੋ ਤਾਕਤ ਹੁੰਦੀ ਹੈ ਉਸ ਦੇ ਦੌਰਾਨ ਉਸ ਨੂੰ ਵਿੱਚ ਲੈ ਕੇ ਤੋੜਦੇ ਹਨ। So there are lots of other situations that I can explain, but I'm not going to do too much of that explaining, but we will keep to the main purpose of this story. ਤੇ ਮੇਰੇ ਕੋਲੇ ਹੋਰ ਵੀ ਕਾਫੀ ਉਦਾਹਰਨਾਂ ਨੇ ਜੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਬਟ ਮੈਂ ਚਾਹਨਾ ਹੈ ਕਿ ਹੁਣ ਸਾਡਾ ਜੋ ਮੇਨ ਮੁੱਦਾ ਹੈ ਅਸੀਂ ਉਸ ਤੇ ਗੱਲ ਕਰੀਏ। Many times women will speak in a man's voice. It is not the women, it is a demon speaking in a man's voice through a woman. ਤੇ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਔਰਤਾਂ ਦੇ ਮੂੰਹ ਦੇ ਵਿੱਚੋਂ ਅਸੀਂ ਮਰਦ ਦੀ ਆਵਾਜ਼ ਨੂੰ ਸੁਣਦੇ ਹਾਂ। ਉਹ ਕੀ ਆ, ਔਰਤ ਨਹੀਂ ਬੋਲ ਰਹੀ ਹੁੰਦੀ, ਬਲਕਿ ਉਹਦੇ ਵਿੱਚੋਂ ਦੁਸ਼ਟ ਆਤਮਾ ਉਹ ਬੋਲ ਰਹੀ ਹੁੰਦੀ ਹੈ ਮਰਦ ਦੀ ਆਵਾਜ਼ ਦੇ ਵਿੱਚ। My father was demonized, and I had a big experience with my father. My father became a different man. He was not himself. ਤੇ ਅਜਿਹੀ ਉਦਾਹਰਨ ਮੇਰੇ ਪਿਤਾ ਦੇ ਕੋਲ ਵੀ ਸੀ। ਜੋ ਮੇਰੇ ਪਿਤਾ ਸਨ, ਉਹਨਾਂ ਵਿੱਚ ਦੁਸ਼ਟ ਆਤਮਾ ਸੀਗੇ। ਜਦੋਂ ਉਹਨਾਂ ਦੇ ਵਿੱਚ ਆਂਦੀ ਸੀਗੀ ਤਾਂ ਉਹ ਕੁਝ ਹੋਰ ਹੀ ਇਨਸਾਨ ਬਣ ਜਾਂਦੇ ਸੀ ਜਦੋਂ ਉਸ ਦੌਰਾਨ ਜਦੋਂ ਉਹਨਾਂ ਨੂੰ ਏਦਾਂ ਹੁੰਦਾ ਸੀਗਾ। My father used to not have showers for like 15 days, sometimes 1 month, no shower, and he didn't even know that he didn't have a shower. ਤੇ ਕਈ ਵਾਰੀ ਅਜਿਹਾ ਹੁੰਦਾ ਸੀਗਾ ਕਿ ਉਹ ਮਹੀਨੇ ਨਹਾਉਂਦੇ ਨਹੀਂ ਸੀ, 15 ਦਿਨ ਨਹਾਉਂਦੇ ਨਹੀਂ ਸੀਗੇ, ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸੀ ਕਿ ਉਹ ਇੰਨੇ ਦੇਰ ਹੋ ਗਈ ਉਹ ਨਹਾਏ ਨਹੀਂ ਨੇ। Actually, my father is a very clean man, but when the demons were working through him, he had no control of his life. ਮੇਰੇ ਜੋ ਪਿਤਾ ਸਨ ਉਹ ਬਹੁਤ ਸਾਫ਼ ਸੁਥਰੇ ਇਨਸਾਨ ਹੁੰਦੇ ਸੀ, ਬਟ ਜਦੋਂ ਉਹ ਆਤਮਾ ਉਹਨਾਂ ਦੇ ਅੰਦਰ ਕੰਮ ਕਰਦੀਆਂ ਨੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਉਹ ਕੀ ਕਰ ਰਹੇ ਸਨ। My father would grow his beard and it would be so long, like those Punjabis, and it would be so strange for us. My father never usually grows his beard, but he used to grow his beard so long and he would not let us cut it. ਕਈ ਵਾਰੀ ਅਜਿਹਾ ਵੀ ਹੁੰਦਾ ਸੀਗਾ ਕਿ ਉਹ ਆਪਣੀ ਦਾੜੀ ਨੂੰ ਇੰਨਾ ਵਜਾ ਲੈਂਦੇ ਸਨ ਜਿੱਦਾਂ ਕਿ ਪੰਜਾਬੀਆਂ ਦੀ ਹੁੰਦੀ ਹੈ। ਉਹਨਾਂ ਨੂੰ ਖੁਦ ਨਹੀਂ ਪਤਾ ਹੁੰਦਾ ਸੀਗਾ ਕਿ ਉਹ ਇੰਨੀ ਉਹਨਾਂ ਦੀ ਦਾੜੀ ਵੱਧ ਗਈ ਹੈ। ਜੇ ਅਸੀਂ ਕਦੇ ਕੱਟਣਾ ਵੀ ਚਾਹੁੰਦੇ ਸੀ ਤਾਂ ਉਹ ਸਾਨੂੰ ਇਜਾਜ਼ਤ ਨਹੀਂ ਦਿੰਦੇ ਹੁੰਦੇ ਸੀ। Same thing with his hair. He used to grow his hair long and he had no control over it. We tried to cut it, he would not allow us. ਏਦਾਂ ਹੀ ਬਾਲਾਂ ਦੇ ਨਾਲ ਹੁੰਦਾ ਸੀ, ਸਿਰ ਦੇ ਬਾਲਾਂ ਦੇ ਨਾਲ ਉਹ ਆਪਣੇ ਬਾਲਾਂ ਨੂੰ ਵਧਾ ਲੈਂਦੇ ਸਨ, ਤੇ ਜੇ ਅਸੀਂ ਕੱਟਣਾ ਚਾਹੁੰਦੇ ਸਾਂ ਤਾਂ ਉਹ ਕੱਟਣ ਨਹੀਂ ਦਿੰਦੇ ਸੀ। So the demons want to lose our dignity and our respect. That's how they work. They are out to destroy human beings and put them to shame. ਏਦਾਂ ਕਰਦੇ ਨੇ ਜੋ ਦੁਸ਼ਟ ਆਤਮਾ ਹੁੰਦੀਆਂ ਨੇ ਸਾਡੇ ਵਿੱਚ ਕੰਮ ਕਰਦੀਆਂ ਨੇ ਕਿ ਸਾਡੀ ਜਿਹੜੀ ਅੰਦਰੋਂ ਹਿੰਮਤ ਹੈ, ਸਾਡੀ ਜਿਹੜੀ ਇੱਜ਼ਤ ਹੈ ਉਸਨੂੰ ਖਤਮ ਕਰਨਾ ਚਾਹੁੰਦੀਆਂ ਨੇ ਕਿ ਲੋਕਾਂ ਦੇ ਸਾਹਮਣੇ ਸਾਡੀ ਕੋਈ ਇੱਜ਼ਤ ਨਾ ਰਹੇ। So this is how the demons work, because they don't desire that human beings will live in prosperity, in good health, in happiness. They want us to be bound and confused, and we will not be successful in what God wants to do in our lives. ਤੇ ਉਹ ਇਹੀ ਚਾਹੁੰਦੇ ਨੇ ਜੋ ਦੁਸ਼ਟ ਆਤਮਾ ਨੇ ਕਿ ਉਹ ਸਾਡੇ ਥਰੂ ਕੰਮ ਕਰਨ, ਕਿ ਸਾਨੂੰ ਕੀ ਕਰਨ, ਬੁਰਾ ਬਣਾਉਣ, ਸਾਨੂੰ ਵਧਣ ਨਾ ਦੇਣ, ਸਾਡੇ ਸਰੀਰ ਨੂੰ ਵੀ ਉਹ ਆਪਣੇ ਕੰਟਰੋਲ ਦੇ ਵਿੱਚ ਰੱਖਣ। ਪਰ ਉਹ ਨਹੀਂ ਚਾਹੁੰਦੇ ਜੋ ਖੁਦਾ ਸਾਨੂੰ ਚਾਹੁੰਦੇ ਨੇ ਕਿ ਸਾਨੂੰ ਖੁਦਾ ਵਧਾਉਣਾ ਚਾਹੁੰਦੇ ਨੇ, ਸਾਨੂੰ ਖੁਸ਼ ਰੱਖਣਾ ਚਾਹੁੰਦੇ ਨੇ ਤੇ ਸਾਨੂੰ ਤੰਦਰੁਸਤ ਰੱਖਣਾ ਚਾਹੁੰਦੇ ਨੇ, ਉਹ ਇਸ ਦੇ ਵਿਰੁੱਧ ਨੇ। And so we see here this man was totally destroyed by the enemy.
ਅਸੀਂ ਦੇਖਦੇ ਹਾਂ ਕਿ ਇਹ ਜੋ ਮਨੁੱਖ ਸੀਗਾ ਉਹ ਸ਼ੈਤਾਨ ਦੇ ਦੁਆਰਾ ਪੂਰਾ ਹੀ ਬਰਬਾਦ ਕੀਤਾ ਗਿਆ ਹੋਇਆ ਸੀ। And then in verse 5, it says that night and day, not just night or just not day, but night and day, he used to go among the tombs and on the mountains. Now, normal people don't stay in the tombs, kabar mein, or mountains, they stay in homes. ਜਿੱਦਾਂ ਕਿ ਅਸੀਂ ਦੇਖਦੇ ਹਾਂ ਕਿ ਦਿਨ ਨਾ ਕਿ ਰਾਤ ਬਲਕਿ ਦਿਨ ਰਾਤ ਦੋਨੋਂ ਟਾਈਮ ਹੀ ਉਹ ਕਿੱਥੇ ਰਹਿੰਦਾ ਸੀਗਾ, ਕਬਰਸਤਾਨ ਦੇ ਵਿੱਚ ਰਹਿੰਦਾ ਸੀਗਾ ਤੇ ਪਹਾੜਾਂ ਦੇ ਵਿੱਚ ਰਹਿੰਦਾ ਹੈ। ਅਸੀਂ ਦੇਖਦੇ ਹਾਂ ਕਿ ਜੋ ਸਧਾਰਨ ਮਨੁੱਖ ਹੈ ਉਹ ਕਦੇ ਵੀ ਇਹਨਾਂ ਚੀਜ਼ਾਂ ਵਿੱਚ ਨਹੀਂ ਜਾਵੇਗਾ, ਬਲਕਿ ਉਹ ਆਪਣੇ ਘਰ ਰਹਿਣਾ ਪਸੰਦ ਕਰੇਗਾ। And then it says here, he was always shrieking. The word shrieking means yelling with a loud cry and then screaming. And he was cutting himself with stones. This is not normal. ਤੇ ਅਸੀਂ ਦੇਖਦੇ ਹਾਂ ਕਿ ਵਚਨ ਵਿੱਚ ਦੱਸਿਆ ਗਿਆ ਹੈ ਕਿ ਉਹ ਆਪਣੇ ਆਪ ਨੂੰ ਕੀ ਕਰਦਾ ਸੀ, ਉਹ ਹਰ ਟਾਈਮ ਚਿল্লাਉਂਦਾ ਹੀ ਰਹਿੰਦਾ ਸੀ, ਰੋਲਾ ਪਾਉਂਦਾ ਰਹਿੰਦਾ ਹੁੰਦਾ ਸੀਗਾ, ਚੀਕਦਾ ਚਿল্লাਉਂਦਾ ਸੀਗਾ ਤੇ ਹਰ ਟਾਈਮ ਆਪਣੇ ਆਪ ਨੂੰ ਕੱਟਦਾ ਵੀ ਰਹਿੰਦਾ ਸੀ, ਆਪਣੇ ਸਰੀਰ ਤੇ ਕੱਟ ਮਾਰਦਾ ਰਹਿੰਦਾ ਸੀ। So if any one of you have been cutting yourself, then you need deliverance, I would say. ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਗਰ ਤੁਹਾਡੇ ਵਿੱਚੋਂ ਕੋਈ ਅਜਿਹਾ ਕਰਦਾ, ਆਪਣੇ ਆਪ ਨੂੰ ਕੱਟਦਾ ਆ, ਤਾਂ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਤੁਹਾਨੂੰ ਕਿਸ ਛੁਟਕਾਰੇ ਦੀ ਜ਼ਰੂਰਤ ਹੈ। Self harming is a very bad thing. अपने आप ਨੂੰ ਨੁਕਸਾਨ ਪਹੁੰਚਾਣਾ एक गंदी चीज है। नुकसान जैसा नहीं, काट करके नुकसान पहुंचना, to cut Yes, sir. yourself. अपने आप ਨੂੰ yes हाँ, him- सेल्फ हार्मिंग का मतलब जो Yes, काटते हैं ना एक दूसरे एक शरीर को, खुद का शरीर को, वो बोल रहा हूँ मैं, yes, sir. सेल्फ ਹਾਂਜੀ हार्मिंग। ਆਪਣੇ in ਪੰਜਾਬੀ it means like ਆਪਣੇ ਆਪ ਨੂੰ ਅਸੀਂ ਨੁਕਸਾਨ ਦਿੰਨੇ ਆ, ਕੱਟਦੇ ਆ, ਇਹ ਸਭ आता है। Okay, so if anybody is self harming, then you need definitely deliverance from the Lord. Okay, and I believe that in beyond course group, I think there must be somebody who has done this. So, and maybe you feel sometimes to do it because you feel everything is finished, everything, nobody cares about me, and you are just feeling that you cut yourself and you want to finish your life. I believe today, if you are going to be honest, we will pray for you. ਤੇ ਅਸੀਂ ਜਾਣਦੇ ਹਾਂ ਕਿ ਬੇਅੰਤ ਕੌਰ ਦੇ ਗਰੁੱਪ ਦੇ ਵਿੱਚ ਇੱਕ ਵਿਅਕਤੀ ਹੈ ਜਿਸਨੇ ਅਜਿਹਾ ਕੀਤਾ ਸੀਗਾ। ਪਹਿਲੇ ਆਪਣੇ ਆਪ ਨੂੰ ਕੱਟਿਆ ਸੀ, ਉਹਨੂੰ ਲੱਗਦਾ ਸੀ ਕਿ ਸ਼ਾਇਦ ਮੇਰੀ ਜ਼ਿੰਦਗੀ ਖਤਮ ਹੈ, ਮੇਰੀ ਜ਼ਿੰਦਗੀ ਦੇ ਵਿੱਚ ਹੋਰ ਕੋਈ ਖੁਸ਼ੀ ਨਹੀਂ ਰਹੀ, ਮੇਰੀ ਜ਼ਿੰਦਗੀ ਵਿੱਚ ਕੋਈ ਉਤਸ਼ਾਹਪਨ ਨਹੀਂ ਰਿਹਾ, ਤੇ ਉਸਨੇ ਅਜਿਹਾ ਕੀਤਾ ਹੈ। ਤੇ ਮੈਂ ਉਸਨੂੰ ਕਹਿਣਾ ਚਾਹਾਂਗਾ ਕਿ ਅਗਰ ਅੱਜ ਉਹ ਆ ਕੇ ਸਾਡੇ ਸਾਹਮਣੇ ਕਬੂਲਦਾ ਆ ਤੇ ਅਸੀਂ ਉਸ ਲਈ ਪ੍ਰਾਰਥਨਾ ਕਰਾਂਗੇ ਕਿ ਉਹ ਉਸ ਤੋਂ ਆਜ਼ਾਦ ਹੋਵੇ। Amen. So we see here a person who is not sound in his mind. He is not physically well, emotionally, spirit, soul, and body. Everything is in a mess. ਤੇ ਅਸੀਂ ਇੱਥੇ ਇੱਕ ਵਿਅਕਤੀ ਨੂੰ ਦੇਖਦੇ ਹਾਂ ਇਸ ਕਹਾਣੀ ਦੇ ਵਿੱਚ ਜੋ ਕਿ ਪੂਰੇ ਤਰੀਕੇ ਨਾਲ ਬਰਬਾਦ ਹੈ, ਆਤਮਿਕ ਤੌਰ ਤੇ, ਸ਼ਾਰੀਰਿਕ ਤੌਰ ਤੇ ਅਤੇ ਮਾਨਸਿਕ ਤੌਰ ਤੇ। But the good news is that the Lord can help. ਬਟ ਅੱਛੀ ਖਬਰ ਇਹ ਹੈ ਕਿ ਖੁਦਾ ਯਿਸੂ ਸਾਡੀ ਮਦਦ ਕਰ ਸਕਦੇ ਨੇ। And today, Um, your situation in there is very impossible situation for many of you. But again, we shall see how this man is getting delivered. And also, I believe that applies to you as well, that your deliverance is coming as well. Of course, you are not mentally affected. You are all mentally okay. But in a different way, God is going to give you deliverance. Amen. Thank you, Jesus. Where is the translator? लगता है उसका थोड़ा सा इंटरनेट का प्रॉब्लम है। Sir, can you hear me now? Yeah, we can hear you now. Yeah. Okay. ਤਾਂ ਅਸੀਂ ਦੇਖਦੇ ਹਾਂ ਕਿ ਇਸ ਵਿਅਕਤੀ ਦੇ ਦੁਆਰਾ ਕਿ ਜਿੱਦਾਂ ਖੁਦਾ ਯਿਸੂ ਨੇ ਉਸਨੂੰ ਛੁਟਕਾਰਾ ਦਿੱਤਾ ਸੀ ਉਸਦੇ ਸਾਰੇ ਜੋ ਗਲਤ ਕੰਮ ਸੀ, ਉਸੇ ਤਰ੍ਹਾਂ ਪਰਮੇਸ਼ਰ ਤੁਹਾਡੇ ਵਿੱਚ ਵੀ ਛੁਟਕਾਰਾ ਦਊਗੇ। ਮੈਂ ਮੰਨਦਾ ਹਾਂ ਕਿ ਤੁਹਾਡੀ ਜੋ ਸਥਿਤੀ ਹੈ ਉਹ ਵੱਖਰੀ ਹੈ ਇਸ ਮਨੁੱਖ ਦੇ ਨਾਲੋਂ, ਬਟ ਤੁਹਾਨੂੰ ਫਿਰ ਵੀ ਖੁਦਾ ਡਿਲੀਵਰੈਂਸ ਦਊਗੇ, ਛੁਟਕਾਰਾ ਦਊਗੇ। So the good thing is that still this man had some sort of control, and that's why in verse 6 it says that he saw Jesus from a distance and he ran and fell on his knees and he paid homage, worship Jesus. ਅਸੀਂ ਦੇਖਦੇ ਹਾਂ ਕਿ 15ਵੀਂ ਅਧ ਦੇ ਵਿੱਚ ਕਿ ਉਸਨੇ ਉਹਦੇ ਥੋੜੀ ਜਿਹੀ ਉਸਨੂੰ ਹਲੇ ਸਮਝ ਸੀਗੀ, ਉਸਦੇ ਖੁਦ ਦੀ ਸਮਝ ਸੀਗੀ, ਤੇ ਉਸਨੇ ਖੁਦਾ ਯਿਸੂ ਨੂੰ ਦੇਖਿਆ ਤੇ ਉਹ ਦੌੜ ਕੇ ਉਹਨਾਂ ਦੇ ਵੱਲ ਗਿਆ ਤੇ ਉਸਦੀ ਆਰਾਧਨਾ ਕਰਨੀ ਸ਼ੁਰੂ ਕਰ ਦਿੱਤੀ।
Amen. And this changes the whole Amen. situation. Hallelujah. ਕਿ ਅਸੀਂ ਦੇਖਦੇ ਹਾਂ ਕਿ ਇਸ ਜਗ੍ਹਾ ਤੇ ਪ੍ਰਸਥਿਤੀ ਸਾਰੀ ਬਦਲ ਗਈ। Because what happens next is then the Lord delivers this man from demons, and he did not have only a demon, he had legions of demons, and in the legion there are thousands. I think I preached in the deliverance topic. I think that in a legion there are nearly 2000. Let me see 1 second. In a legion, it is a big number of demons. 1 second. Legion. Okay. Yeah, in a legion, nearly 4,000. Okay. Legion is a Roman army regiment. It's a group. And it consists 4,000. So in this man, there were nearly 4,000 demons. There were legions of him, more than 4,000. It's impossible to understand, but that's what the Bible says. That he had legions of demons in him, not just demons, not even demons, legion. ਤੇ ਅਸੀਂ ਦੇਖਦੇ ਹਾਂ ਕਿ ਉਸ ਦੌਰਾਨ ਕੀ ਹੋਇਆ, ਜਦੋਂ ਖੁਦਾ ਯੀਸ਼ੂ ਦੇ ਸਾਹਮਣੇ ਆਏ ਤਾਂ ਖੁਦਾ ਨੇ ਉਸ ਨੂੰ ਦੁਸ਼ਟ ਆਤਮਾ ਤੋਂ ਆਜ਼ਾਦ ਕੀਤਾ। ਅਸੀਂ ਦੇਖਦੇ ਹਾਂ ਇਸ ਦੇ ਵਿੱਚ ਦੱਸਿਆ ਗਿਆ ਆ ਕਿ ਇੱਕ ਨਹੀਂ ਸੀ, ਉਸ ਦੇ ਵਿੱਚ ਦੋ ਨਹੀਂ ਸੀ, ਬਲਕਿ ਲੀਜੀਅਨ ਸੀਗਾ। ਲੀਜੀਅਨ ਕਿਹਾ ਜਾਂਦਾ ਹੈ, ਜੋ ਰੋਮਨਸ ਦੇ ਵਿੱਚ ਕਿਹਾ ਜਾਂਦਾ ਆ, ਜੋ ਉਹਨਾਂ ਦੀ ਜੋ ਫੌਜ ਆ ਉਸਨੂੰ ਗਿਣਨ ਦੇ ਲਈ ਲੀਜੀਅਨ ਨੂੰ ਕਿਹਾ ਜਾਂਦਾ 4000 ਜਾਂ 4000 ਤੋਂ ਉੱਪਰ ਵੀ। ਤਾਂ ਅਸੀਂ ਕਹਿ ਸਕਦੇ ਹਾਂ ਕਿ 4000 ਤੋਂ ਵੀ ਉੱਪਰ ਉਸ ਦੇ ਵਿੱਚ ਦੁਸ਼ਟ ਆਤਮਾਵਾਂ ਵਸੀਆਂ ਹੋਈਆਂ ਸਨ। Actually, if I'm right, it is not even 4,000. I think it is 6,000. You can look on the Google. But look, can somebody read verse 9? Verse 9. ਤੇ ਅਸੀਂ ਦੇਖਦੇ ਹਾਂ ਕਿ ਮੇਰੇ ਅਕੋਰਡਿੰਗ, ਮੇਰੇ ਹਿਸਾਬ ਨਾਲ 4000 ਨਹੀਂ 6000 ਤੱਕ ਹੋ ਸਕਦਾ ਆ। ਤੇ ਅਸੀਂ ਦੇਖਦੇ ਹਾਂ ਕਿ ਗੂਗਲ ਕੀ ਕਹਿੰਦਾ ਇਸ ਬਾਰੇ। ਹੁਣ ਕੋਈ ਲੱਭ ਸਕਦਾ ਗੂਗਲ ਦੇ ਵਿੱਚ ਕੀ ਲਿਖਿਆ ਹੈ? Yeah, you can look into Roman history if you really want to learn what is a legion and how many are in a legion. Okay. ਤੇ ਅਗਰ ਤੁਸੀਂ ਇਸ ਸ਼ਬਦ ਦੇ ਬਾਰੇ ਹੋਰ ਵੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜਾਣ ਸਕਦੇ ਹੋ, ਗੂਗਲ ਦੇ ਵਿੱਚ ਜਾ ਕੇ ਸਰਚ ਕਰ ਸਕਦੇ ਹੋ। ਰੋਮਨ ਦੀ ਜੋ ਮਿਲਟਰੀ ਦੀ ਜੋ ਰੈਜੀਮੈਂਟ ਸੀ ਉਹ ਵੀ ਦੇਖ ਸਕਦੇ ਹੋ। Amen. Can somebody read verse 9 in Punjabi? ਮੈਂ ਬੋਲ ਦੂੰ? ਓਕੇ। ਤਾਂ ਯੀਸ਼ੂ ਨੇ ਉਹਨਾਂ ਨੂੰ ਪੁੱਛਿਆ ਕਿ ਤੇਰਾ ਕੀ ਨਾਮ ਹੈ? ਤਾਂ ਉਸਨੇ ਕਿਹਾ ਕਿ ਮੇਰਾ ਨਾਮ ਰਿਲੀਜੀਅਨ ਹੈ, ਕਿਉਂਕਿ ਅਸੀਂ ਬਹੁਤ ਸਾਰੇ ਹਾਂ। देखो, हम बहुत सारे हाँ। मैं अकेला नहीं हूं आपके अंदर, लेकिन हम बहुत सारे हाँ। We are many, and the word legion as well is there, which is in English and also in Punjabi the same, I think. So we see here that this man had a vast number of demons in him. ਅਸੀਂ ਦੇਖਦੇ ਹਾਂ ਕਿ ਇਸ ਮਨੁੱਖ ਦੇ ਵਿੱਚ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਸੀ। Amen. And then we see verse 15, what Beant read, that everything changes, that this man who was in this situation now in verse 15, because I'm jumping, I'm not going through all the scriptures. When Jesus casts out the demons into the pigs, he is totally normal. His mind is normal, he is normal, and he is sitting at the feet of Jesus. Otherwise, he was in the tombs, he was in the mountains, he was not resting, he was restless. But now he's at peace, he's at calm. Hallelujah. ਹਾਲੇਲੂਇਆ। ਹੁਣ ਅਸੀਂ ਦੇਖਦੇ ਹਾਂ ਕਿ 15ਵੀਂ ਆਇਤ ਦੇ ਵਿੱਚ ਕੀ ਹੋਇਆ ਕਿ ਖੁਦਾ ਯੀਸ਼ੂ ਨੇ ਉਸਨੂੰ ਵੇਖਿਆ ਤੇ ਉਸਨੂੰ ਉਸ ਦੁਸ਼ਟ ਆਤਮਾ ਤੋਂ ਉਸਨੂੰ ਆਜ਼ਾਦ ਕਰ ਦਿੱਤਾ। ਨਹੀਂ ਤਾਂ ਅਸੀਂ ਦੇਖਦੇ ਸੀਗੇ ਕਿ ਉਹ ਇੱਕ ਅਸਧਾਰਨ ਮਨੁੱਖ ਸੀਗਾ, ਜੋ ਕਬਰਾਂ ਦੇ ਵਿੱਚ ਰਹਿੰਦਾ ਸੀ, ਜੋ ਪਹਾੜਾਂ ਦੇ ਵਿੱਚ ਚੀਕਦਾ ਚਿਲਾਉਂਦਾ ਰਹਿੰਦਾ ਸੀ, ਪਰ ਹੁਣ ਉਹ ਬਦਲ ਗਿਆ, ਹੁਣ ਇੱਕ ਸਧਾਰਨ ਮਨੁੱਖ ਬਣ ਗਿਆ। ਤੇ ਅਸੀਂ ਦੇਖਦੇ ਹਾਂ ਕਿ ਉਹ ਖੁਦਾ ਯੀਸ਼ੂ ਦੇ ਚਰਨਾਂ ਦੇ ਵਿੱਚ ਬੈਠਾ ਹੈ। And even it says there that he is now having proper clothes. That means he was not even wearing clothes before, I believe, because it says now he is in proper clothing. ਕੱਪੜੇ ਸਹੀ ਹੈ ਉਸਕੇ ਅਭੀ। ਤੇ ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਬੈਠਾ ਹੈ ਖੁਦਾ ਦੇ ਚਰਨਾਂ ਦੇ ਵਿੱਚ ਤੇ ਉਸਨੇ ਕੱਪੜੇ ਵੀ ਪਾਏ ਹੋਏ ਆ। ਉਸਦੀ ਮਾਨਸਿਕ ਸਥਿਤੀ, ਉਸਦੀ ਸਰੀਰਕ ਸਥਿਤੀ ਸਹੀ ਹੋ ਗਈ ਹੈ। ਤੇ ਪਹਿਲੇ ਸ਼ਾਇਦ ਬਾਈਬਲ ਦੇ ਵਿੱਚ ਬਿਆਨ ਕੀਤਾ ਗਿਆ ਹੈ ਕਿ ਉਹ ਪਹਿਲੇ ਕੱਪੜੇ ਵੀ ਨਹੀਂ ਪਾਉਂਦਾ ਹੋਣਾ, ਬਟ ਹੁਣ ਉਸਨੇ ਕੱਪੜੇ ਵੀ ਪਾਏ ਹੋਏ ਨੇ। And I know somebody, I think he is still in that same situation in Goa. When I was in school, the man, he was a young boy that time, he was in my school actually, but the demonic oppression was so huge on this young man. He used to run naked without any clothes in the town. This is how demons want to put us to shame.
ਮੈਂ ਤੁਹਾਨੂੰ ਦੱਸਣਾ ਚਾਹਾਂਗਾ ਉਦਾਹਰਨ, ਜਦੋਂ ਮੈਂ ਸਕੂਲ ਦੇ ਵਿੱਚ ਹੁੰਦਾ ਸਾਂ ਤਾਂ ਮੇਰੇ ਸਕੂਲ ਦੇ ਵਿੱਚ ਹੀ ਉਹ ਮੁੰਡਾ ਪੜ੍ਹਦਾ ਸੀਗਾ ਤੇ ਉਹ ਮੁੰਡਾ ਹਰ ਟਾਈਮ ਨੰਗਾ ਹੀ ਘੁੰਮਦਾ ਰਹਿੰਦਾ ਸੀ ਪੂਰੇ ਸ਼ਹਿਰ ਦੇ ਵਿੱਚ। ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦਾ ਜੋ ਮਕਸਦ ਹੈ ਕਿ ਉਹ ਸਾਨੂੰ ਸ਼ਰਮ ਦੇ ਵਿੱਚ ਪਾਉਣਾ, ਕਿ ਸਾਡੀ ਜ਼ਿੰਦਗੀ ਨੂੰ ਖਰਾਬ ਕਰ ਦੇਣਾ। ਜੋ ਦੁਸ਼ਟ ਆਤਮਾ ਸੀਗੀਆਂ ਉਸ ਦੇ ਵਿੱਚ ਅੱਜ ਵੀ ਮੇਰੇ ਖਿਆਲ ਨਾਲ ਉਹ ਮੌਜੂਦ ਹੋਏਗਾ, ਉਹ ਮਨੁੱਖ ਉੱਥੇ ਗੋਆ ਦੇ ਵਿੱਚ। Amen. Yes, I think he's still alive and very sad. Whenever I saw him when I was a Christian, I tried to talk to him because I felt the love of this, a love from the Lord to speak to him. And it was so shameful when you see somebody naked. And he was a young man. He was maybe 4 years older to me, and he was in the same school, but he left the school and his life was totally messed up, totally messed up. ਤੇ ਜਦੋਂ ਮੈਂ ਸਕੂਲ ਦੇ ਵਿੱਚ ਸਾਂ, ਮੇਰੇ ਤੋਂ ਸ਼ਾਇਦ 4 ਸਾਲ ਹੀ ਵੱਡਾ ਹੋਏਗਾ, ਤੇ ਉਸਨੇ ਸਕੂਲ ਛੱਡ ਦਿੱਤਾ ਤੇ ਸੜਕਾਂ ਤੇ ਘੁੰਮਣ ਲੱਗ ਗਿਆ ਨੰਗਾ ਹੋ ਕੇ। ਤਾਂ ਮੈਂ ਕਈ ਵਾਰੀ ਜਦੋਂ ਗੋਆ ਜਾਣਾ ਹੈ ਤਾਂ ਮੈਂ ਉਸ ਪਿਆਰ ਨੂੰ ਜੋ ਖੁਦਾ ਯਿਸੂ ਦਾ ਮੇਰੇ ਵਿੱਚ ਹੈ, ਮੈਂ ਉਸ ਨਾਲ ਗੱਲ ਕਰਨਾ ਚਾਹੁੰਦਾ ਹੈ, ਖੁਦਾ ਦੇ ਬਾਰੇ ਦੱਸਣਾ ਚਾਹੁੰਦਾ ਹਾਂ। ਪਰ ਇਹ ਬੜੀ ਸ਼ਰਮਨਾਕ ਚੀਜ਼ ਹੁੰਦੀ ਹੈ ਕਿ ਜਦੋਂ ਕੋਈ ਨੰਗਾ ਘੁੰਮਦਾ ਹੈ ਤੇ ਕਈ ਵਾਰੀ ਮੈਂ ਉਸ ਨਾਲ ਨਹੀਂ ਗੱਲ ਕਰ ਪਾਉਂਦੀ। So we see here what a big miracle. And today I believe we all need miracles in our lives, and I believe there is a miracle for all of Amen. us. Hallelujah. ਤੇ ਮੈਂ Hallelujah. ਵਿਸ਼ਵਾਸ ਕਰਦਾ ਹਾਂ ਕਿ ਜਿੱਦਾਂ ਇਸ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਇੱਕ ਚਮਤਕਾਰ ਹੋਇਆ ਤੇ ਓਦਾਂ ਹੀ ਖੁਦਾ ਸਾਡੀ ਜ਼ਿੰਦਗੀ ਦੇ ਵਿੱਚ ਹੀ ਵੱਡੇ ਵੱਡੇ ਚਮਤਕਾਰ ਕਰ ਸਕਦੇ ਨੇ। Amen. 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 So this is just an encouragement to believe and to reach out to Jesus continually, and God will do greater things in our lives. Hallelujah. Just like this man was fully ਛੋਟਾ ਜਿਹਾ- restored. ਇਹ ਛੋਟਾ ਜਿਹਾ ਮੇਰੇ ਵੱਲੋਂ ਇੱਕ ਕਹਿ ਸਕਦੇ ਹਾਂ ਵਚਨ ਤੁਹਾਡੇ ਨਾਲ ਸਾਂਝਾ ਕੀਤਾ ਗਿਆ ਹੈ, ਜਿਸ ਦੇ ਵਿੱਚ ਮੈਂ ਤੁਹਾਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹਾਂ ਕਿ ਖੁਦਾ ਅੱਜ ਵੀ ਮੌਜੂਦ ਨੇ ਤੇ ਅੱਜ ਵੀ ਸਾਡੀ ਜ਼ਿੰਦਗੀ ਦੇ ਵਿੱਚ ਵੱਡੇ ਵੱਡੇ ਕੰਮ ਕਰ ਸਕਦੇ ਨੇ। ਜਿੱਦਾਂ ਕਿ ਉਹਨਾਂ ਨੇ ਇਸ ਮਨੁੱਖ ਨੂੰ ਫੇਰ ਦੁਬਾਰਾ ਬਣਾ ਕੇ ਖੜਾ ਕਰ ਦਿੱਤਾ ਹੈ, ਓਦਾਂ ਹੀ ਸਾਨੂੰ ਕਰ ਸਕਦੇ ਨੇ। I believe that this man then got married, must have had children, had his own job or profession, and his life was totally normal, even though the Bible doesn't say it. That's my opinion. ਮੇਰੇ ਮੁਤਾਬਿਕ ਹੋ ਸਕਦਾ ਹੈ ਕਿ ਇਸ ਮਨੁੱਖ ਨੇ ਬਾਅਦ ਵਿੱਚ ਵਿਆਹ ਵੀ ਕੀਤਾ ਹੋਵੇ, ਉਸਦੇ ਬੱਚੇ ਵੀ ਹੋਏ ਹੋਣ, ਉਹ ਕੰਮ ਵੀ ਕਰਨ ਲੱਗ ਗਿਆ ਹੋਵੇ, ਬਟ ਬਾਈਬਲ ਬਿਆਨ ਨਹੀਂ ਕਰਦੀ, ਬਟ ਮੈਨੂੰ ਅਜਿਹਾ ਲੱਗਦਾ ਹੈ। Amen. So God is a God of restoration. Hallelujah. ਤੇ ਖੁਦਾ ਜੋ ਹੈ ਉਹ ਦੁਬਾਰਾ ਬਣਾ ਕੇ ਖੜਾ ਕਰਨ ਵਾਲੇ ਖੁਦਾ ਨੇ। Amen. He's a God of deliverance. ਉਹ ਛੁਟਕਾਰਾ ਦੇਣ ਵਾਲੇ ਖੁਦਾ ਨੇ। And so today, whatever deliverance, whatever we need, we can come to him and say, God, do it for us, Lord, because you love us and you will do it in Jesus' name. ਤੇ ਸਾਨੂੰ ਅੱਜ ਜੋ ਵੀ ਛੁਟਕਾਰਾ ਚਾਹੀਦਾ ਹੈ, ਸਾਡੀ ਜੋ ਵੀ ਜ਼ਰੂਰਤਾਂ ਨੇ, ਅਸੀਂ ਖੁਦਾ ਦੇ ਸਾਹਮਣੇ ਆਈਏ ਤੇ ਉਹਨਾਂ ਨੂੰ ਬੋਲੇ ਕਿ ਖੁਦਾ ਤੁਸੀਂ ਇਹ ਕਰ ਸਕਦੇ ਹੋ, ਤੁਸੀਂ ਮੈਨੂੰ ਦੇ ਸਕਦੇ ਹੋ। ਆਮੇਨ। Amen. 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 Amen.